11ਵੀਂ पौड़ी 17ਵੀਂ 70 लाइन दूजी। ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸਧਾਰਾ। वाहिगुरु जी का खालसा वाहिगुरु जी की फतेह। ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਿਵਾਰ ਸਧਾਰਾ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਜੀ ਸ਼ਰਨ ਵਿੱਚ 3 ਗੁਰਸਿੱਖ ਆਏ, ਜਿਨ੍ਹਾਂ ਦਾ ਨਾਂ ਸੀ ਭਾਈ ਪੂਰੋ ਜੀ, ਭਾਈ ਮਾਨਕ ਚੰਦ ਤੇ ਭਾਈ ਬਿਸ਼ਨ ਦਾਸ। ਸੋ 3 ਗੁਰਸਿੱਖ ਆਏ, ਜਿਨ੍ਹਾਂ ਨੇ ਆ ਕਰਕੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੂੰ ਸ੍ਰੀ ਅੰਮ੍ਰਿਤਸਰ ਵਿਖੇ ਆ ਕੇ ਮੱਥਾ ਟੇਕਿਆ ਤੇ ਸਤਿਗੁਰਾਂ ਦੇ ਅੱਗੇ ਬੇਨਤੀ ਕੀਤੀ, ਗੁਰਸਿੱਖੀ ਮੰਗੀ। ਤਾਂ ਮਹਾਰਾਜ ਨੇ ਜਿਹੜਾ ਹੈ ਉਹਨਾਂ ਨੂੰ ਉਪਦੇਸ਼ ਦਿੱਤਾ, ਜਿਹਦੇ ਕਰਕੇ ਪਰਿਵਾਰ ਸੁਧਾਰਾ। ਉਹਨਾਂ ਦੇ ਪਰਿਵਾਰ ਜਿਹੜਾ ਹੈ ਉਹਨਾਂ ਦਾ ਤਾਂ ਸੁਧਾਰ ਹੋਇਆ ਹੀ ਹੋਇਆ, ਉਹਨਾਂ ਦੇ ਪਰਿਵਾਰ ਦਾ ਵੀ ਸੁਧਾਰ ਹੋ ਗਿਆ। ਉਹਨਾਂ ਨੂੰ ਵੀ ਗੁਰੂ ਸਿੱਖੀ ਦੇ ਕਰਕੇ ਉਹਨਾਂ ਨੂੰ ਵੀ ਜਿਹੜਾ ਹੈ ਮੁਕਤੀ ਦੀ ਪ੍ਰਾਪਤ ਹੋਈ ਤੇ ਉਹਨਾਂ ਦਾ ਜੀਵਨ ਵੀ ਜਿਹੜਾ ਹੈ ਉਹ ਜਿਹੜਾ ਹੈ ਮੁਕੰਮਲ ਜੀਵਨ ਬਣਿਆ, ਜਿਹਦੇ ਕਰਕੇ ਪਰਮਾਤਮਾ ਦੀ ਪ੍ਰਾਪਤੀ ਹੋਈ ਗੁਰੂ ਦੀ ਕਿਰਪਾ ਸਦਕਾ। ਸੋ ਇਹ ਜਿਹੜੀ ਸਾਖੀਆਂ ਜਿਹੜੀਆਂ ਹਨ, ਇਹ ਸਾਖੀ ਉਪਦੇਸ਼ ਜਿਹੜਾ ਗੁਰੂ ਮਹਾਰਾਜ ਗੁਰੂ ਰਾਮਦਾਸ ਨੇ ਇਹ 3 ਗੁਰਸਿੱਖਾਂ ਨੂੰ ਉਸ ਵੇਲੇ ਦਿੱਤਾ। ਸ਼ਹੀਦ ਭਾਈ ਮਨੀ ਸਿੰਘ ਦੀ ਲਿਖੀ ਹੋਈ ਭਗਤਾਂ ਦੀ ਸਿੱਖਾਂ ਦੀ ਭਗਤ ਮਾਲਾ ਦੇ ਵਿੱਚ ਜਿਵੇਂ ਲਿਖਿਆ ਉਵੇਂ ਆਪ ਜੀ ਸੁਣੋ ਜੀ। ਭਾਈ ਪੂਰੋ ਤੇ ਭਾਈ ਮਾਨਕ ਚੰਦ ਤੇ ਵਿਸ਼ਨ ਦਾਸ ਤਿੰਨੇ ਸਿੱਖ ਸਾਹਿਬ ਚੌਥੀ ਪਾਤਸ਼ਾਹੀ ਦੇ ਹਜੂਰ ਆਏ। ਸੋ ਇਹ 3 ਗੁਰਸਿੱਖ ਭਾਈ ਪੂਰੋ ਜੀ, ਭਾਈ ਮਾਨਕ ਚੰਦ, ਭਾਈ ਬਿਸ਼ਨ ਦਾਸ, ਇਹ 3 ਗੁਰਸਿੱਖ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ। ਸਾਨੂੰ ਐਸਾ ਉਪਦੇਸ਼ ਕਰੋ ਜਿਸ ਕਰ ਸਾਡਾ ਜਨਮ ਮਰਨ ਕਟਿਆ। ਤੇ ਬੇਨਤੀ ਕੀ ਕੀਤੀ? ਕਹਿੰਦੇ ਮਹਾਰਾਜ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਸਾਨੂੰ ਐਸਾ ਤੁਸੀਂ ਉਪਦੇਸ਼ ਦਿਓ, ਸਾਨੂੰ ਐਸਾ ਜਿਹੜਾ ਉਪਦੇਸ਼ ਦੇਣਾ ਕਰੋ ਜਿਹਦੇ ਕਰਕੇ ਸਾਡਾ ਜਨਮ ਤੇ ਮਰਨ ਕੱਟਿਆ ਜਾਵੇ, ਸਾਨੂੰ ਮੁੜ ਕੇ ਨਾ ਸੰਸਾਰ ਵਿੱਚ ਆਉਣਾ ਪਵੇ। ਸੋ ਇਹ 84 ਲੱਖ ਦਾ ਜਿਹੜਾ ਹੈ ਸਾਰਾ ਗੇੜ ਹੈ ਰੀਇਨਕਾਰਨੇਸ਼ਨ ਦਾ। ਮਹਾਰਾਜ ਸਾਨੂੰ ਇਹ ਰੀਇਨਕਾਰਨੇਸ਼ਨ ਜਿਹੜਾ ਸਾਈਕਲ ਇਹਦੇ ਸਬਜੈਕਟ ਨਾ ਕਰੋ, ਮਹਾਰਾਜ ਸਾਨੂੰ ਇਹਦੇ ਚੋਂ ਕੱਢ ਲਿਓ, ਸਾਨੂੰ ਇਹਦੇ ਮੁਹਤਾਜ ਨਾ ਕਰਿਓ, ਸਾਨੂੰ ਉਹ ਜਿਹੜੇ ਹਨ ਉਹ ਆਉਣੇ ਜਾਣੇ ਦੇ ਵਿੱਚ ਨਾ ਸਾਨੂੰ ਰੱਖਿਓ, ਸਾਨੂੰ ਇਹ ਗੇੜ ਵਿੱਚੋਂ ਕੱਢ ਕੇ ਆਪਣੀ ਸ਼ਰਨ ਵਿੱਚ ਰੱਖ ਲਓ, ਸਾਨੂੰ ਇਹ ਗੇੜ ਤੋਂ ਬਚਾ ਲਓ, ਤਾਂ ਕਰਕੇ ਸਾਨੂੰ ਮੁੜ ਕੇ ਜਨਮ ਦਾ ਜਿਹੜਾ ਦੁੱਖ ਨਾ ਸਹਿਣਾ ਪਵੇ ਤੇ ਜਿਹੜਾ ਹੈ ਫਿਰ ਮਰਨ ਦਾ ਜਿਹੜਾ ਹੈ ਦੁੱਖ ਨਾ ਸਹਿਣਾ ਪਵੇ। ਤੇ ਇਨ ਬਿਟਵੀਨ ਜਨਮ ਤੋਂ ਮਰਨ ਤੱਕ ਜਿਹੜਾ ਪ੍ਰਾਲਬੱਧ ਕਰਮਾਂ ਕਰਕੇ ਜਿਹੜਾ ਦੁੱਖ ਆਉਂਦਾ ਹੈ ਉਹਦੇ ਤੋਂ ਵੀ ਛੁਟਕਾਰਾ ਬਖਸ਼ੋ। ਮਹਾਰਾਜ ਕਿਰਪਾ ਕਰੋ, ਐਸਾ ਉਪਦੇਸ਼ ਸਾਨੂੰ ਦੇਣਾ ਕਰੋ ਜਿਹਦੇ ਕਰਕੇ ਸਾਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਵੇ ਤੇ ਸਣੇ ਕੁਟੰਬ ਪਰਿਵਾਰ ਸਾਡਾ ਉਧਾਰ ਹੋਵੇ। ਦੇਖੋ ਦੂਜੀ ਬੇਨਤੀ ਕੀ ਕੀਤੀ? ਕਹਿੰਦੇ ਮਹਾਰਾਜ ਐਸਾ ਉਪਦੇਸ਼ ਦਿਓ ਜਿਹਦੇ ਕਰਕੇ ਸਿਰਫ ਸਾਡਾ ਉਧਾਰ ਨਾ ਹੋਵੇ, ਸਾਨੂੰ ਤੁਸੀਂ ਲਿਬਰੇਟ ਤਾਂ ਕਰ ਦਿਓਗੇ, ਮਹਾਰਾਜ ਸਾਡੇ ਪਰਿਵਾਰ ਨੂੰ ਵੀ ਕਰ ਦਿਓ, ਸਾਡਾ ਸਾਰੇ ਪਰਿਵਾਰ ਦੇ ਸਮੇਤ ਸਾਨੂੰ ਜਿਹੜਾ ਹੈ ਤੁਸੀਂ ਜਿਹੜਾ ਹੈ ਮੁਕਤੀ ਬਖਸ਼ੋ, ਸਾਨੂੰ ਜਿਹੜਾ ਹੈ ਉਧਾਰ ਸਾਡਾ ਕਰੋ ਪਰਿਵਾਰ ਸਮੇਤ, ਤਾਂ ਕਰਕੇ ਸਾਰਾ ਪਰਿਵਾਰ ਹੀ ਸਾਡਾ ਜਿਹੜਾ ਹੈ ਉਹ ਜਿਹੜਾ ਹੈ ਸਭ ਪਰਿਵਾਰ ਚੜਾਇਆ ਬੇੜੇ। ਸੋ ਜਿਵੇਂ ਸਾਰਾ ਹੀ ਪਰਿਵਾਰ ਸਤਿਗੁਰੂ ਜੀ ਉਹਦਾ ਸੁਧਾਰ ਕਰ ਦਿਓ। ਤਾਂ ਬਚਨ ਹੋਇਆ ਆਪ ਵੀ ਗੁਰੂ ਕੇ ਸਿੱਖਾਂ ਦੀ ਟਹਿਲ ਸੇਵਾ ਕਰਨੀ। ਦੇਖੋ ਪਹਿਲਾ ਆਦੇਸ਼ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਦਿੱਤਾ ਕਿ ਤਾਂ ਬਚਨ ਹੋਆ, ਮਹਾਰਾਜ ਨੇ ਬਚਨ ਕੀਤਾ, ਕਹਿੰਦੇ ਆਪ ਤੁਸੀਂ ਗੁਰਸਿੱਖਾਂ ਦੀ ਸੇਵਾ ਕਰਿਆ ਕਰੋ। ਜਿਹੜੇ ਗੁਰਸਿੱਖ ਨੇ ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਨੂੰ ਪ੍ਰਾਪਤ ਕੀਤਾ ਹੈ, ਜਿਹੜੇ ਗੁਰਸਿੱਖਾਂ ਨੇ ਗੁਰਸਿੱਖੀ ਨੂੰ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਗੁਰਸਿੱਖੀ ਨੂੰ ਕਮਾਇਆ ਹੈ, ਜਿਨ੍ਹਾਂ ਨੇ ਗੁਰੂ ਦੀ ਖੁਸ਼ੀ ਨੂੰ ਕਮਾਇਆ ਹੈ, ਕਹਿੰਦੇ ਕਿ ਉਹ ਗੁਰਸਿੱਖਾਂ ਦੀ ਤੁਸੀਂ ਸੇਵਾ ਕਰਿਆ ਕਰੋ। ਭਾਵਨਾ ਦੇ ਨਾਲ ਸੇਵਾ ਕਰਨੀ, ਉਹਨਾਂ ਨੂੰ ਗੁਰੂ ਰੂਪ ਜਾਣ ਕੇ ਉਹਨਾਂ ਦੀ ਸੇਵਾ ਕਰਨੀ ਹੈ, ਕਿਉਂਕਿ ਗੁਰਸਿੱਖਾਂ ਦੇ ਵਿੱਚ ਹੀ ਗੁਰੂ ਵਰਤਦਾ ਹੈ। ਸੋ ਗੁਰੂ, ਕਿਉਂਕਿ ਗੁਰਸਿੱਖ ਕਿਉਂ ਮਹਾਨ ਹਨ? ਕਿਉਂਕਿ ਗੁਰਸਿੱਖ ਜਿਹੜੇ ਹੁੰਦੇ ਨੇ ਉਹਨਾਂ ਨੇ ਗੁਰੂ ਦੀ ਗੱਲ ਕਰਨੀ ਹੁੰਦੀ ਹੈ, ਉਹਨਾਂ ਦੇ ਬਚਨਾਂ ਦੇ ਵਿੱਚ ਗੁਰੂ ਵਸਦਾ ਹੈ। ਸੋ ਇਉਂ ਕਰਕੇ ਜਿਹੜਾ ਹੈ ਉਹਨਾਂ ਦੇ ਜਿਹੜੇ ਹਨ ਕਰਮਾਂ ਦੇ ਵਿੱਚੋਂ ਵੀ ਗੁਰੂ ਪ੍ਰਗਟ ਹੁੰਦਾ ਹੈ, ਉਹਨਾਂ ਦੇ ਬਚਨਾਂ ਵਿੱਚੋਂ ਗੁਰੂ ਪ੍ਰਗਟ ਹੁੰਦਾ ਹੈ, ਗੁਰੂ ਦਾ ਉਪਦੇਸ਼ ਪ੍ਰਗਟ ਹੁੰਦਾ ਹੈ। ਸੋ ਗੁਰੂ ਦੇ ਵਿੱਚੋਂ ਸਾਖਸ਼ਾਤ ਗੁਰੂ ਆਪ ਹੈ। ਜਿਵੇਂ ਆਪਾਂ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਜਿਹੜਾ ਹੈ ਮੇਰਾ ਗੁਰਸਿੱਖ ਜਿਹੜਾ ਹੈ ਖਾਲਸਾ ਮੇਰੋ ਰੂਪ ਹੈ ਖਾਲਸੇ ਮੈਂ ਹਾਂ ਕਰੋ ਨਿਵਾਸ, ਖਾਲਸੇ ਦੇ ਵਿੱਚ ਹੀ ਮੇਰਾ ਨਿਵਾਸ ਹੈ, ਜਿਹੜਾ ਹੈ ਖਾਲਸਾ ਮੇਰਾ ਸਤਿਗੁਰੂ ਪੂਰਾ। ਦੇਖੋ ਮਹਾਰਾਜ ਨੇ ਕੈਸੇ ਕੈਸੇ ਬਚਨ ਕੀਤੇ ਹਨ, ਸਤਿਗੁਰਾਂ ਨੇ ਉਹ ਗੱਲ ਨੂੰ ਪ੍ਰਗਟ ਕਰਕੇ ਕਿਹਾ, ਕਿਉਂਕਿ ਗੁਰਸਿੱਖਾਂ ਦੇ ਵਿੱਚ ਹੀ ਗੁਰੂ ਵਰਤਦਾ ਹੈ, ਗੁਰੂ ਦਾ ਪ੍ਰਤੱਖ ਰੂਪ ਹੀ ਗੁਰਸਿੱਖ ਨੇ। ਤੇ ਜਿਵੇਂ ਪਰਮੇਸ਼ਰ ਦਾ ਪ੍ਰਤੱਖ ਰੂਪ ਗੁਰੂ ਹੈ, ਗੁਰੂ ਦਾ ਪ੍ਰਤੱਖ ਰੂਪ ਉਹਦੇ ਪਿਆਰੇ ਗੁਰਸਿੱਖ ਨੇ। ਸੋ ਐਸੀ ਭਾਵਨਾ ਅੰਦਰ ਹੋਣੀ ਚਾਹੀਦੀ ਹੈ, ਕਿਉਂਕਿ ਕਈਆਂ ਦੇ ਵਿੱਚ ਇਹ ਭਾਵਨਾ ਨਹੀਂ ਬਣਦੀ। ਉਹ ਕਹਿੰਦੇ ਹਨ ਵੀ ਮੈਂ ਗੁਰਸਿੱਖਾਂ ਦੀ ਸੇਵਾ ਕਿਉਂ ਕਰਾਂ, ਮੈਂ ਗੁਰੂ ਦੀ ਕਰਾਂ।
ਜਿਵੇਂ ਇੱਕ ਖੀਰ ਖਾਣਾ ਸਿੱਖ ਹੋਇਆ ਕਰਦਾ ਸੀ, ਜੋ ਕਿ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਦੇ ਜਿਹੜਾ ਹਨ ਖਡੂਰ ਸਾਹਿਬ ਦੇ ਵਿੱਚ ਉਹ ਰਿਹਾ ਕਰਦਾ ਸੀਗਾ। ਸੋ ਇਹ ਖੀਰ ਖਾਣਾ ਜਿਹੜਾ ਸਿੱਖ ਸੀਗਾ, ਇਹਨੇ ਕੀ ਕਰਨਾ, ਖੀਰ ਜਿਹੜੀ ਘਿਓ ਦੀ ਬਣਿਆ ਕਰਦੀ ਸੀ ਲੰਗਰਾਂ ਦੇ ਵਿੱਚ, ਮਾਤਾ ਖੀਵੀ ਜੀ ਬਣਾਇਆ ਕਰਦੇ ਸਨ, ਉਹਨੂੰ ਖਾ ਕੇ ਇਹਨੇ ਸੌਂ ਜਿਆ ਕਰਨਾ। ਕਾਫੀ ਸਮੇਂ ਤੱਕ ਗੁਰਸਿੱਖਾਂ ਨੇ ਦੇਖਿਆ ਵੀ ਇਹ ਗੁਰਸਿੱਖ ਜਿਹੜਾ ਹੈ ਸਿਰਫ ਦੋ ਕੰਮ ਕਰਦਾ ਹੈ, ਚਾਹੇ ਤਾਂ ਕਿ ਖੀਰ ਖਾਂਦਾ ਹੈ ਤੇ ਜਾਂ ਸੌਂਦਾ ਹੈ। ਇਹਨੇ ਕਿਤੇ ਇਹਨੂੰ ਸੰਗਤ ਵਿੱਚ ਨਹੀਂ ਦੇਖਿਆ, ਗੁਰੂ ਮਹਾਰਾਜ ਦੇ ਦਰਸ਼ਨ ਕਰਦਿਆਂ ਨਹੀਂ ਦੇਖਿਆ। ਤੇ ਇੱਕ ਵਾਰ ਉਹਨਾਂ ਨੇ ਜਾ ਕੇ ਬਾਬਾ ਬੁੱਢਾ ਜੀ ਨੂੰ ਦੱਸਿਆ। ਬਾਬਾ ਬੁੱਢਾ ਜੀ ਨੇ ਉਸਦੇ ਭਲੇ ਵਾਸਤੇ ਉਹ ਗੁਰਸਿੱਖ ਕੋਲ ਗਿਆ ਤੇ ਖੀਰ ਖਾਣੇ ਗੁਰਸਿੱਖ ਕੋਲ। ਕਹਿੰਦਾ ਗੁਰਸਿੱਖਾ ਤੂੰ ਇਉਂ ਕਰ, ਜੇ ਜਿਹੜਾ ਹੈ ਤੂੰ ਖੀਰ ਖਾਣਾ ਹੈ ਇਹਦਾ ਕੋਈ ਪ੍ਰੋਬਲਮ ਨਹੀਂ, ਲੰਗਰ ਛਕਿਆ ਕਰ ਰੱਜ ਕੇ, ਕੋਈ ਗੱਲ ਨਹੀਂ, ਪਰ ਗੁਰੂ ਦੇ ਦਰ ਤੇ ਵੀ ਆ ਜਾਇਆ ਕਰਨਾ, ਅੰਮ੍ਰਿਤ ਵੇਲੇ ਆਇਆ ਕਰ, ਆਸਾ ਦੀ ਵਾਰ ਹੁੰਦੀ ਹੈ, ਗੁਰੂ ਦੇ ਬਚਨ ਸੁਣਿਆ ਕਰ, ਗੁਰੂ ਦੀ ਸੰਗਤ ਕਰਿਆ ਕਰ ਤੇ ਫਿਰ ਸੇਵਾ ਵੀ ਤੂੰ ਕਰਿਆ ਕਰ। ਤਾਂ ਇਹ ਜਿਹੜਾ ਸੀਗਾ ਖੀਰ ਖਾਣਾ ਗੁਰਸਿੱਖ, ਇਹ ਥੋੜਾ ਹੰਕਾਰੀ ਸੀਗਾ ਤੇ ਕਹਿੰਦਾ ਹੰਕਾਰ ਚ ਬੋਲਿਆ, ਕਹਿੰਦਾ ਤੂੰ ਕੌਣ ਹੁੰਦਾ ਮੈਨੂੰ ਕਹਿਣ ਵਾਲਾ? ਬਾਬਾ ਬੁੱਢਾ ਜੀ ਨੂੰ ਕਹਿੰਦਾ ਤੂੰ ਤਾਂ ਇੱਕ ਜੱਟ ਹੈ, ਮੈਂ ਜੱਟਾਂ ਦੀਆਂ ਗੱਲਾਂ ਕਿਉਂ ਸੁਣਾ ਹੈ, ਮੈਂ ਖੱਤਰੀ ਜਾਤੀ ਵਿੱਚੋਂ ਹਾਂ, ਮੈਂ ਤੇਰੇ ਨਾਲੋਂ ਜਿਹੜਾ ਹੈ ਮੇਰਾ ਕਸ਼ਟ ਉੱਚਾ ਹੈ। ਕਹਿੰਦਾ ਮੈਂ ਤਾਂ ਗੁਰੂ ਦੀ ਗੱਲ ਸੁਣੂੰਗਾ, ਜੇ ਮੈਨੂੰ ਗੁਰੂ ਨੇ ਜੋ ਕਿਹਾ ਮੈਂ ਉਦੋਂ ਕਰਾਂਗਾ, ਮੈਂ ਤਾਂ ਗੁਰੂ ਦਾ ਆਦੇਸ਼ ਢੀਕ ਰਿਹਾ ਹਾਂ, ਕਿਦੋਂ ਮੈਨੂੰ ਗੁਰੂ ਆਪ ਕਹੇਗਾ। ਇੱਕ ਜਿਹੜਾ ਹੈ ਫਿਰ ਬਾਬਾ ਬੁੱਢਾ ਜੀ ਉਸ ਵੇਲੇ ਜਿਹੜਾ ਹੈ ਉਹਨੂੰ ਕੁਝ ਨਹੀਂ ਕਿਹਾ ਤੇ ਬਾਹਰ ਆ ਕੇ ਜਿਹੜਾ ਆਪਣੀ ਸੇਵਾ ਵਿੱਚ ਲੱਗ ਗਏ। ਇੱਕ ਦਿਨ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਜੀ ਬੈਠੇ ਲੰਗਰਾਂ ਦੇ ਵਿੱਚ ਤੇ ਸਾਹਮਣੇ ਜਿਹੜੀ ਹੈ ਮਹਾਰਾਜ ਦੀ ਨਿਗਾਹ ਪੈ ਗਈ। ਉਹ ਥੋੜਾ ਜਿਹਾ ਅਸਥਾਨ ਸੀਗਾ ਜਿੱਥੇ ਇਹ ਖੀਰ ਖਾਣਾ ਸਿੱਖ ਸੌਂਇਆ ਕਰਦਾ ਸੀ। ਮਹਾਰਾਜ ਨੇ ਪੁੱਛਿਆ ਕਿ ਉੱਥੇ ਕੌਣ ਹੈ? ਤਾਂ ਗੁਰਸਿੱਖਾਂ ਨੇ ਦੱਸਿਆ ਕਿ ਮਹਾਰਾਜ ਇੱਕ ਸਿੱਖ ਹੈ ਇੱਥੇ ਜਿਹੜਾ ਖੀਰ ਖਾ ਕੇ ਸੌਂ ਜਾਂਦਾ ਹੈ। ਮਹਾਰਾਜ ਨੇ ਕਿਹਾ ਵੀ ਉਹਨੂੰ ਸਦਕੇ ਲਿਆ। ਤਾਂ ਉਹ ਖੀਰ ਖਾਣੇ ਨੂੰ ਸਿੱਖ ਨੂੰ ਸਦਕੇ ਲਿਆਂਦਾ। ਮਹਾਰਾਜ ਗੁਰੂ ਅੰਗਦ ਸਾਹਿਬ ਮਹਾਰਾਜ ਨੇ ਉਹਨੂੰ ਪੁੱਛਿਆ ਤੂੰ ਕੀ ਕਰਦਾ ਹੁੰਨਾ? ਕਹਿੰਦਾ ਮਹਾਰਾਜ ਆਪ ਜੀ ਦੇ ਲੰਗਰਾਂ ਵਿੱਚੋਂ ਮੈਂ ਖਾ ਪੀ ਕੇ ਤੇ ਫਿਰ ਮੈਂ ਆਰਾਮ ਕਰਦਾ। ਮਹਾਰਾਜ ਕਹਿੰਦੇ ਕੋਈ ਸੇਵਾ ਨਹੀਂ ਕੀਤੀ? ਹਾਂਜੀ, ਕੋਈ ਜਿਹੜਾ ਸਾਧ ਸੰਗਤ ਵਿੱਚ ਨਹੀਂ ਆਏ? ਉਹ ਕਹਿੰਦਾ ਮਹਾਰਾਜ ਮੈਂ ਤੁਹਾਡੇ ਹੁਕਮ ਨੂੰ ਉਡੀਕ ਰਿਹਾ ਹਾਂ। ਤੁਹਾਡਾ ਕੀ ਹੁਕਮ ਹੈ ਮਹਾਰਾਜ? ਹੁਕਮ ਕਰੋ, ਮੈਂ ਤੁਹਾਡੇ ਹੁਕਮ ਦੀ ਉਡੀਕ ਕਰ ਰਿਹਾ ਸਾਂ। ਤਾਂ ਮਹਾਰਾਜ ਨੇ ਉਸ ਵੇਲੇ ਕਿਹਾ ਕਿ ਗੁਰਸਿੱਖਾ ਤੇਰੀ ਜਿਹੜੀ ਉਮਰ ਹੈ ਉਹ ਸਿਰਫ 8 ਪਹਿਰਾਂ ਦੀ ਰਹਿ ਗਈ ਹੈ, ਮਤਲਬ 1 ਡੇ, 24 ਆਵਰਸ ਤੇਰੇ ਸਵਾਸ ਬਾਕੀ ਨੇ, ਤੂੰ 24 ਆਵਰਸ ਤੋਂ ਮਰ ਜਾਣਾ, ਤੇਰੀ ਉਮਰ ਇੰਨੀ ਕੁ ਰਹਿ ਗਈ ਹੈ। ਕਹਿੰਦੇ ਗੁਰਸਿੱਖਾ ਜੇ ਸਾਡਾ ਬਚਨ ਮੰਨਣਾ ਹੈ ਨਾ ਤਾਂ ਕਹਿੰਦੇ ਇਸ ਤਰ੍ਹਾਂ ਕਰ, ਤੂੰ ਜਾ ਕਰਕੇ ਆਪਣੀ ਚਿੱਖਾ ਬਣਾ ਲਾ, ਪ੍ਰੈ ਬਣਾ ਲਾ ਤੇ ਉੱਥੇ ਜਾ ਕੇ ਲੱਕੜਾਂ ਚਿਣ ਕੇ ਤੇ ਅੱਗ ਲਾ ਕੇ ਜਿਹੜਾ ਹੈ ਜਿਉਂਦਿਆਂ ਜੀ ਉਹ ਅੱਗ ਦੇ ਵਿੱਚ ਛਾਲ ਮਾਰ ਲਾ, ਇਹ 24 ਘੰਟਿਆਂ ਦੇ ਵਿੱਚ। ਤੋ ਇਹ ਗੁਰਸਿੱਖ ਕਹਿੰਦਾ ਸੱਚ ਬਚਨ ਜੀ। ਹੁਣ ਸਾਰੇ ਬੈਠੇ ਸਨ, ਹੁਣ ਨਾ ਕਿਵੇਂ ਕਰੇ, ਕਿਉਂਕਿ ਸਾਰਿਆਂ ਨੂੰ ਇਹੀ ਗੱਲ ਕਹੀ ਸੀ ਮੈਂ ਤਾਂ ਗੁਰੂ ਦਾ ਬਚਨ ਢੀਕਦਾ ਹਾਂ। ਉਹ ਜਾ ਕਰਕੇ ਆਪਣੀ ਜਿਹੜੀ ਹੈ ਉਹਨੇ ਜਿਹੜੀ ਬਣਾ ਲਈ ਜੀ ਚਿਖਾ, ਬਣਾ ਕੇ ਅੱਗ ਵੀ ਲਾ ਲਈ। ਹੁਣ ਅੱਗ ਦੇ ਵਿੱਚ ਛਾਲ ਕਿਵੇਂ ਮਾਰੇ ਜੀ, ਕਿਉਂਕਿ ਗੁਰਸਿੱਖੀ ਤਾਂ ਅੰਦਰ ਹੈ ਨਹੀਂ, ਗੁਰੂ ਦਾ ਬਚਨ ਤਾਂ ਕੋਈ ਜਿਹੜਾ ਹੈ ਕਿਵੇਂ ਮੰਨੇ? ਹੁਣ ਗੁਰੂ ਦਾ ਬਚਨ ਵੀ ਉਹੀ ਮੰਨੇਗਾ ਨਾ ਜਿਹਨੂੰ ਗੁਰੂ ਤੇ ਸ਼ਰਧਾ ਹੋਵੇਗੀ, ਜਿਹਨੇ ਆਪਣੇ ਆਪ ਨੂੰ ਗੁਰੂ ਤੋਂ ਨਿਸ਼ਾਵਰ ਕੀਤਾ ਹੋਏਗਾ, ਆਪਣੇ ਆਪ ਨੂੰ ਸਰੈਂਡਰ ਕੀਤਾ ਹੋਊਗਾ ਗੁਰੂ ਤੋਂ, ਤੇ ਆਪਣਾ ਮਨ ਤਨ ਧਨ ਸਭ ਗੁਰੂ ਦਾ ਸਮਝਦਾ ਹੋਊਗਾ। ਤੇ ਇਹਨੇ ਕੀ ਕੀਤਾ, ਜਾ ਕੇ ਪਰਿਕਰਮਾ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਸ ਚਿਖਾ ਦੀਆਂ ਪਰਿਕਰਮਾ ਕਰਦਿਆਂ ਇੱਕ ਚੋਰ ਆਇਆ ਜਿਹਦਾ ਨਾਂ ਸੀ ਮਹਿਰਾ। ਸੋ ਮਹਿਰਾ ਚੋਰ ਆਇਆ ਜੋ ਹੁਣੇ ਰਾਜੇ ਦੇ ਘਰ ਤੋਂ ਚੋਰੀ ਕਰਕੇ ਆਇਆ ਸੀ ਤੇ ਘੋੜੇ ਦੇ ਨਾਲ ਬਹੁਤ ਸਮਾਨ ਬੰਨਿਆ ਹੋਇਆ ਸੀ। ਉਹਨੇ ਆ ਕੇ ਇਸ ਨੂੰ ਪੁੱਛਿਆ, ਕਹਿੰਦੇ ਰੂਪ ਤੋਂ ਤਾਂ ਤੂੰ ਗੁਰਸਿੱਖ ਲੱਗਦਾ ਹਾਂ, ਮੈਨੂੰ ਇਹ ਦੱਸ ਵੀ ਇਹ ਚਿਖਾ ਦੀਆਂ ਤੂੰ ਪਰਿਕਰਮਾ ਕਿਉਂ ਕਰ ਰਿਹਾ ਹਾਂ, ਜਿਹੜਾ ਹੈ ਆਲੇ ਦੁਆਲੇ ਤੂੰ ਕਿਉਂ ਤੁਰ ਫਿਰ ਰਿਹਾ ਹਾਂ? ਉਹ ਕਹਿੰਦਾ ਜੀ ਮੈਨੂੰ ਤਾਂ ਮੇਰੀ ਇਹ ਮੇਰੀ ਗੱਲ ਹੋਈ, ਇਹ ਜਿਹੜੇ ਸਿੱਖ ਆ ਨਾ ਕਹਿੰਦੇ ਬੜੀ ਈਰਖਾ ਕਰਦੇ ਸੀ ਮੇਰੇ ਨਾਲ, ਮੈਂ ਚੰਗਾ ਭਲਾ ਉੱਥੇ ਖੀਰ ਖਾ ਕੇ ਸੌਂ ਜਾਂਦਾ ਸੀ ਨਾ, ਤੂੰ ਦੇਖਿਆ ਨਾ ਗਿਆ। ਕਹਿੰਦਾ ਜਾ ਕੇ ਚੁਗਲੀ ਕਰਤੀ ਗੁਰੂ ਨੂੰ, ਤੇ ਗੁਰੂ ਨੇ ਮੈਨੂੰ ਇਹ ਗੱਲ ਗੁੱਸੇ ਨਾਲ ਕਹਿ ਦਿੱਤੀ ਵੀ ਤੂੰ ਜਾ ਕੇ ਸੜ ਕੇ ਮਰ ਜਾ। ਕਹਿੰਦਾ ਵੀ ਹੁਣ ਮੈਥੋਂ ਸੜਿਆ ਕਿੱਥੇ ਜਾਂਦਾ, ਕਹਿੰਦਾ ਹੁਣ ਮੈਂ ਕਿਵੇਂ ਇਹਦੇ 'ਚ ਛਾਲ ਮਾਰਾਂ? ਤੋ ਉਹ ਮਹਿਰਾ ਚੋਰ ਜਿਹੜਾ ਸੀ ਉਦੋਂ ਹੀ ਘੋੜੇ ਤੋਂ ਥੱਲੇ ਆ ਗਿਆ। ਕਹਿੰਦਾ ਗੁਰਸਿੱਖਾ ਤੈਨੂੰ ਗੁਰੂ ਨੇ ਬਚਨ ਕੀਤਾ ਹੈ ਵੀ ਸੜ ਕੇ ਮਰਨ ਦਾ ਤੈਨੂੰ ਬਚਨ ਹੋਇਆ। ਕਹਿੰਦਾ ਗੁਰਸਿੱਖਾ ਤੂੰ ਐਂ ਕਰ, ਜੇ ਤੂੰ ਨਹੀਂ ਮਰ ਸਕਦਾ, ਤੂੰ ਗੁਰੂ ਦਾ ਬਚਨ ਨਹੀਂ ਕਮਾ ਸਕਦਾ, ਤਾਂ ਅਰਦਾਸ ਕਰਦੇ ਇਹ ਬਚਨ ਮੈਨੂੰ ਦੇ ਦੇ, ਮੈਂ ਜਿਹੜਾ ਹਾਂ ਇਹ ਚਿੱਖਾ ਤੇ ਜਿਹੜਾ ਹਾਂ ਛਾਲ ਮਾਰ ਕੇ ਮੈਂ ਗੁਰੂ ਦਾ ਬਚਨ ਕਮਾਉਣਾ ਚਾਹੁੰਦਾ ਹਾਂ, ਕਿਉਂਕਿ ਮੈਂ ਜ਼ਿੰਦਗੀ ਵਿੱਚ ਕੋਈ ਚੰਗਾ ਕੰਮ ਨਹੀਂ ਕੀਤਾ, ਮੈਂ ਪਾਪ ਹੀ ਕੀਤੇ ਹਨ। ਪਰ ਕਹਿੰਦਾ ਗੁਰਸਿੱਖਾ ਅੱਜ ਜੇ ਮੈਨੂੰ ਮੈਂ ਜਿਹੜਾ ਹੈ ਗੁਰੂ ਦਾ ਬਚਨ ਮੰਨ ਲਵਾਂ ਤਾਂ ਮੇਰੀ ਵੀ ਮੁਕਤੀ ਹੋ ਸਕਦੀ ਆ, ਗੁਰੂ ਜੀ ਦਾ ਮੇਰੇ ਤੇ ਵੀ ਤਰਸ ਆ ਜਾਏਗਾ। ਤਾਂ ਉਸ ਵੇਲੇ ਕੀ ਹੋਇਆ, ਕਹਿੰਦਾ ਉਹ ਜਿਹੜਾ ਮਹਿਰਾ ਚੋਰ ਕਹਿੰਦਾ ਇਹ ਸਾਰਾ ਸਮਾਨ ਜਿਹੜਾ ਮੈਂ ਚੋਰੀ ਦਾ ਲਿਆਂਦਾ ਇਹ ਤੂੰ ਲੈ ਲਾ, ਘੋੜੇ ਸਮੇਤ ਤੂੰ ਲੈ ਕੇ ਇੱਥੋਂ ਨਿਕਲ ਜਾ, ਛੱਤੀ ਚਲਿਆ ਜਾ ਦੂਰ ਤੇ ਮੈਨੂੰ ਇਹ ਬਚਨ ਦੇ ਦੇ, ਅਰਦਾਸ ਕਰ ਦੇ।
ਉਹ ਜਿਹੜਾ ਖੀਰ ਖਾਣਾ ਸਿੱਖ ਸੀਗਾ ਉਹ ਤਾਂ ਬੜਾ ਖੁਸ਼ ਹੋਇਆ। ਉਸੇ ਵੇਲੇ ਉਹਨੇ ਅਰਦਾਸ ਕਰ ਦਿੱਤੀ। ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਉੱਥੇ ਖੜੇ ਖੜੇ ਨਹੀਂ ਕਰਕੇ ਜਿਹੜਾ ਬਚਨ ਉਹਨੂੰ ਦੇ ਦਿੱਤਾ। ਮੇਰੇ ਚੋਰ ਨੇ ਜਿਹੜਾ ਕੀ ਕੀਤਾ, ਮਹਾਰਾਜ ਨੂੰ ਜਿਹੜਾ ਨਮਸਕਾਰ ਕਰਕੇ ਉਹਨੇ ਉਸੇ ਵੇਲੇ ਛਾਲ ਮਾਰੀ ਉਸ ਜਿਹੜਾ ਹਨ ਚਿਖਾ ਦੇ ਉੱਤੇ। ਤੇ ਇਹ ਜਿਹੜਾ ਖੀਰ ਖਾਣਾ ਸਿੱਖ ਸੀ ਇਹ ਬੜਾ ਖੁਸ਼ ਹੋਇਆ, ਕਹਿੰਦਾ ਸੌਦਾ ਬੜਾ ਵਧਿਆ ਹੋਇਆ। ਇਹ ਲੈ ਕੇ ਘੋੜਾ ਭੱਜ ਗਿਆ। ਤੇ ਹੁਣ ਦੇਖੋ ਬਾਅਦ ਵਿੱਚ ਕੀ ਹੁੰਦਾ, ਇਤਿਹਾਸ ਲਿਖਦਾ ਹੈ ਨਾ, ਇੱਕ ਇਤਿਹਾਸ ਦਾ ਇਹ ਖਿਆਲ ਹੈ ਕਿ ਭਾਈ ਮੇਰਾ ਚੋਰ ਉੱਥੇ ਚੌਂਕੜੀ ਮਾਰ ਕੇ ਬਹਿ ਗਿਆ, ਬਲਦੀ ਹੋਈ ਜਲਦੀ ਹੋਈ ਉਸ ਚਿਖਾ ਦੇ ਉੱਤੇ, ਤੇ ਉਹਦੇ ਸਰੀਰ ਦਾ ਇੱਕ ਰੋਮ ਵੀ ਨਾ ਸੜਿਆ। ਸੋ ਨਾ ਸੜਨ ਕਰਕੇ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਕਿਰਪਾ ਦਾ ਪਾਤਰ ਬਣਿਆ, ਮਹਾਰਾਜ ਦਾ ਗੁਰਸਿੱਖ ਹੋ ਕੇ ਮਹਾਰਾਜ ਦੀ ਬੜੀ ਸੇਵਾ ਕੀਤੀ। ਦੂਸਰਾ ਇੱਕ ਹੋਰ ਇਤਿਹਾਸ ਦਾ ਖਿਆਲ ਇਹ ਹੈ ਕਿ ਉਹਨਾਂ ਦਾ ਸਰੀਰ ਸੜ ਗਿਆ ਸੀ, ਸੰਸਕਾਰ ਹੋ ਗਿਆ, ਤੇ ਮਹਾਰਾਜ ਨੇ ਉਸ ਦੀ ਕਲਿਆਣ ਕੀਤੀ, ਮਹਾਰਾਜ ਨੇ ਉਸ ਨੂੰ ਮੁਕਤੀ ਬਖਸ਼ਿਸ਼ ਕੀਤੀ, ਕਿਉਂਕਿ ਉਹਨੇ ਗੁਰੂ ਦਾ ਬਚਨ ਕਮਾਇਆ ਹੈ। ਸੋ ਇਸ ਕਰਕੇ ਜਿਹੜਾ ਹੈ ਇਹ ਚੋਰ ਜਿਹੜਾ ਸੀ ਇਹ ਚਲਿਆ ਗਿਆ ਜੀ ਸਮਾਨ ਲੈ ਕੇ। ਰਾਜੇ ਦੇ ਸਿਪਾਹੀ ਪਿੱਛੋਂ ਆ ਰਹੇ ਸੀ, ਉਹਨਾਂ ਨੇ ਪਕੜ ਲਿਆ। ਪਕੜ ਕਰਕੇ ਉਹ ਕਹਿੰਦੇ ਵੀ ਉਹਨੇ ਕਿਹਾ ਵੀ ਮੈਂ ਨਹੀਂ ਚੋਰੀ ਕੀਤੀ ਜੀ, ਮੇਰੇ ਨਾਲ ਇਹ ਗੱਲ ਹੋਈ ਆ। ਉਹਨਾਂ ਨੇ ਇੱਕ ਨਾ ਸੁਣੀ, ਇਹਨੂੰ ਚੱਕ ਕੇ 24 ਘੰਟਿਆਂ ਦੇ ਵਿੱਚ, ਜੋ 24 ਘੰਟੇ ਐਨ ਐਕਸਪਾਇਰਡ ਹੋਏ, ਉਸੇ ਵੇਲੇ ਉਹਨੂੰ ਫਾਂਸੀ ਚੜਾ ਕੇ ਮਾਰ ਦਿੱਤਾ। ਇਹ ਤਾਂ ਫਿਰ ਵੀ ਮਰ ਗਿਆ। ਮਹਾਰਾਜ ਸੱਚੀ ਗੱਲ ਕਹੀ ਸੀ ਵੀ ਤੇਰੀ ਉਮਰ ਜਿਹੜੀ ਹੈ 8 ਪੈਰਾਂ ਦੀ ਰਹਿੰਦੀ ਹੈ, ਵੀ ਤੂੰ ਇਹ 8 ਪੈਰਾਂ ਤੋਂ ਬਾਅਦ ਨਹੀਂ ਜਿਉਂਦਾ ਰਹੇਗਾ। ਉਹ ਨਾ ਮੰਨਿਆ ਤੇ ਜਿਹੜਾ 8 ਪੈਰਾਂ ਵਿੱਚ ਉਹਦੀ ਮੌਤ ਹੈ, ਪਰ ਗੁਰੂ ਦਾ ਬਚਨ ਨਹੀਂ ਕਮਾਉਣ ਕਰਕੇ ਉਹ ਚੋਰ ਦੀ ਤਰ੍ਹਾਂ ਮਰਿਆ, ਇੱਕ ਮੁਜਰਮ ਦੀ ਤਰ੍ਹਾਂ ਮਰਿਆ। ਉਹ ਸਜ਼ਾ ਪਾ ਕੇ ਮਰਿਆ। ਜੇ ਕਿਤੇ ਉਹ ਚਿਖਾ ਤੇ ਚੜ ਜਾਂਦਾ ਤਾਂ ਗੁਰੂ ਦਾ ਬਚਨ ਕਮਾ ਕੇ ਗੁਰਸਿੱਖ ਹੋ ਕੇ ਉਹਨੇ ਜਿਹੜਾ ਹੈ ਉਸ ਦਾ ਜਨਮ ਮਰਨ ਕੱਟਿਆ ਜਾਣਾ ਸੀ, ਉਹਦਾ ਜਿਹੜਾ ਹੈ ਸਾਰੇ ਪਾਪ ਮਿਟ ਜਾਣੇ ਸਨ ਗੁਰੂ ਦਾ ਬਚਨ ਕਮਾ ਕੇ। ਸੋ ਇਸ ਕਰਕੇ ਜਿਹੜਾ ਗੁਰੂ ਮਹਾਰਾਜ ਜੀ ਕਹਿੰਦੇ ਹਨ ਵੀ ਗੁਰਸਿੱਖਾਂ ਦੀ ਸੇਵਾ ਕਰਨੀ ਹੈ, ਗੁਰਸਿੱਖਾਂ ਦੀ ਸੇਵਾ ਹਮੇਸ਼ਾ ਕਰਨੀ ਹੈ। ਤੇ ਇਹ ਕਿਤੇ ਵੀ ਨਹੀਂ ਕਹਿਣਾ ਵੀ ਮੈਂ ਤਾਂ ਗੁਰੂ ਦਾ ਬਚਨ ਮੰਨਣਾ, ਮੈਂ ਕਿਹੜੇ ਸਿੱਖਾਂ ਦਾ ਬਚਨ ਮੰਨਣਾ ਹੈ, ਕਿਉਂਕਿ ਗੁਰਸਿੱਖਾਂ ਦੇ ਵਿੱਚ ਹੀ ਗੁਰੂ ਵਰਤਦਾ ਹੈ। ਗੁਰਸਿੱਖਾਂ ਨੂੰ ਗੁਰੂ ਨੇ ਮਾਣ ਦਿੱਤਾ ਹੈ, ਮਾਣ ਦਿੱਤਾ ਹੈ, ਗੁਰੂ ਮਹਾਰਾਜ ਨੇ ਆਪਣਾ ਸਰੂਪ ਦਿੱਤਾ ਹੈ ਗੁਰਸਿੱਖਾਂ ਨੂੰ। ਸੋ ਇਸ ਕਰਕੇ ਗੁਰਸਿੱਖਾਂ ਦਾ ਜਿਹੜਾ ਹੈ ਸਤਿਕਾਰ ਅਦਬ ਕਰਨਾ ਬਹੁਤ ਜ਼ਰੂਰੀ ਹੈ। ਪੁੱਤਰਾਂ ਧੀਆਂ ਪਾਸੋਂ ਵੀ ਸੇਵਾ ਟਹਿਲ ਕਰਾਵਣੀ, ਯਾਨੀ ਕਿ ਆਪਣੇ ਪੁੱਤਰਾਂ ਧੀਆਂ ਨੂੰ ਵੀ ਸੇਵਾ ਵਿੱਚ ਲਾਉਣਾ ਹੈ। ਇੱਥੇ ਇੱਕ ਬਹੁਤ ਵੱਡੀ ਜਿਹੜੀ ਹੈ ਸਿੱਖਿਆ ਹੈ ਗੁਰੂ ਰਾਮਦਾਸ ਜੀ ਦੀ, ਕਿ ਜੇ ਪਰਿਵਾਰ ਦੇ ਵਿੱਚ ਤੁਸੀਂ ਅੰਮ੍ਰਿਤਧਾਰੀ ਹੋ, ਤੁਸੀਂ ਅੰਮ੍ਰਿਤਧਾਰੀ ਹੋ ਕੇ 5 ਜਿਹੜੀਆਂ ਹਨ ਸਵੇਰੇ ਨਿਤਨੇਮ ਦੀਆਂ ਬਾਣੀਆਂ ਅੰਮ੍ਰਿਤ ਵੇਲੇ ਪੜ੍ਹਦੇ ਹੋ, ਸ਼ਾਮ ਨੂੰ ਰਹਿਰਾਸ ਤੇ ਸੌਣ ਲੱਗਿਆਂ ਕੀਰਤਨ ਸੋਹਲਾ ਕਰਦੇ ਹੋ, ਤੇ ਕਹਿੰਦੇ ਜੇ ਤੁਸੀਂ ਕਰਦੇ ਹੋ ਨਾ ਤਾਂ ਆਪਣੀ ਫੈਮਿਲੀ ਨੂੰ ਵੀ ਨਾਲ ਲਾਓ, ਆਪਣੀ ਫੈਮਿਲੀ ਨੂੰ ਪਿੱਛੇ ਨਾ ਛੱਡਿਓ। ਦੇਖੋ ਗੁਰੂ ਰਾਮਦਾਸ ਨੇ ਵੈਰੀ ਕਲੀਅਰਲੀ ਕਿਹਾ ਹੈ ਤੁਸੀਂ ਵੀ ਸੇਵਾ ਕਰਨੀ ਹੈ ਤੇ ਆਪਣੇ ਪਰਿਵਾਰ ਧੀਆਂ ਪੁੱਤਰਾਂ ਨੂੰ ਵੀ ਸੇਵਾ ਵਿੱਚ ਲਾਉਣਾ ਹੈ। ਤੁਹਾਡਾ ਫਰਜ਼ ਬਣਦਾ ਹੈ ਕਿ ਉਹਨਾਂ ਨੂੰ ਵੀ ਗੁਰੂ ਦਾ ਪੱਲਾ ਫੜਾਉਣਾ ਹੈ। ਜੇ ਤੁਸੀਂ ਸਿੱਖੀ ਕਮਾਈ ਆਪਣੇ ਪਰਿਵਾਰ ਵਿੱਚ ਆਪਣੇ ਬੱਚਿਆਂ ਨੂੰ ਵੀ ਸਿੱਖੀ ਦਿਓ। ਸੋ ਇਹ ਜਿਹੜਾ ਬਹੁਤ ਜ਼ਰੂਰੀ, ਜਿਹੜਾ ਅੱਜ ਆਪਾਂ ਦੇਖ ਰਹੇ ਹਾਂ, ਦੇਖੋ ਕਿਤੇ ਜਿਹੜਾ ਹੈ ਸਿੰਘ ਹੁੰਦਾ ਹੈ ਪੂਰਾ ਕੇਸਾਂ ਧਾਰੀ, ਦਾੜਾ ਜਿਹੜਾ ਹੈ ਅੰਮ੍ਰਿਤਧਾਰੀ, ਉਹਦੀ ਘਰਵਾਲੀ ਦੇ ਕੇਸ ਮੁੰਨੇ ਹੁੰਦੇ ਨੇ, ਉਹਦੇ ਭਰਵੱਟੇ ਕੱਟੇ ਹੁੰਦੇ ਨੇ, ਬੁਰਾ ਹਾਲ ਹੈ। ਕਈ ਵਾਰੀ ਦੇਖੀਦਾ ਹੈ ਕਿ ਉਹ ਜਿਹੜੀ ਸਿੰਘਣੀ ਹੁੰਦੀ ਹੈ ਉਹ ਪੂਰੀ ਗੁਰਸਿੱਖ ਹੁੰਦੀ ਹੈ, ਹਾਂ ਦਸਤਾਰ ਬਣਦੀ ਹੈ, ਐਨ ਗੁਰਸਿੱਖ ਹੈ, ਅੰਮ੍ਰਿਤ ਛਕਿਆ ਹੋਇਆ, ਪਰ ਉਹਦਾ ਪਤੀ ਜਿਹੜਾ ਹੈ ਉਹ ਕਈ ਵਾਰੀ ਮੋਣਾ ਹੀ ਹੁੰਦਾ ਹੈ। ਸੋ ਇਹ ਵੀ ਗੱਲ ਚਾਹੀਦੀ। ਤੇ ਕਈਆਂ ਤੇ ਵੀ ਇਹ ਵੀ ਦੇਖੀਦਾ ਬਹੁਤ ਸਾਰਿਆਂ ਦੇ, ਉਹ ਦੋਵੇਂ ਸਵਾਮੀ ਇਸਤਰੀ ਜਿਹੜੇ ਹੁੰਦੇ ਨੇ, ਹਸਬੈਂਡ ਵਾਈਫ ਦੋਵਾਂ ਵਿੱਚ ਬੜੀ ਸਿੱਖੀ ਹੁੰਦੀ, ਪਰ ਬੱਚਿਆਂ 'ਚ ਕੋਈ ਨਹੀਂ ਹੁੰਦੀ। ਪਰ ਇਹ ਵੀ ਗਲਤ ਹੈ। ਦੇਖੋ ਮਹਾਰਾਜ ਨੇ ਇੱਥੇ ਉਪਦੇਸ਼ ਦਿੱਤਾ ਹੈ ਗੁਰਸਿੱਖਾਂ ਨੂੰ ਵੀ ਜਿੱਥੇ ਤੁਸੀਂ ਕਰਦੇ ਹੋ, ਜੇ ਤੁਸੀਂ ਆਪਣੀ ਫੈਮਿਲੀ ਨੂੰ ਨਾ ਮੋਟੀਵੇਟ ਕਰ ਸਕੇ, ਤੁਸੀਂ ਕਿਹਨੂੰ ਮੋਟੀਵੇਟ ਕਰੋਗੇ? ਸਿੱਖੀ ਤੁਸੀਂ ਕਿਹਨੂੰ ਦਿਓਗੇ? ਫਿਰ ਮਤਲਬ ਤੁਹਾਡੀ ਵੀ ਸਿੱਖੀ ਫਿਰ ਸੱਚੀ ਨਾ ਹੋਈ। ਜੇ ਤੁਹਾਡਾ ਜਿਹੜਾ ਹੈ ਪਰਛਾਵੇਂ ਵਿੱਚ ਰਹਿਣ ਵਾਲਾ ਪਰਿਵਾਰ ਉਹ ਗੁਰੂ ਨਾਲ ਪ੍ਰੇਮ ਨਾ ਕਰ ਸਕਿਆ, ਫਿਰ ਤੁਸੀਂ ਗੁਰੂ ਦੀ ਗੱਲ ਘਰੇ ਕੀ ਕੀਤੀ ਹੈ? ਪਹਿਲਾਂ ਤਾਂ ਆਪਣਾ ਘਰ ਸੁਧਾਰਨਾ ਚਾਹੀਦਾ ਹੈ ਨਾ। ਲੋਕ ਪ੍ਰਚਾਰ ਕਰਨ ਵਾਸਤੇ ਬਹੁਤ ਦੂਰ ਦੂਰ ਚਲੇ ਜਾਂਦੇ, ਪਰ ਪਹਿਲਾਂ ਜਿਹੜਾ ਹੈ ਜੇ ਆਪਣਾ ਪਰਿਵਾਰ ਹੀ ਜਿਹੜਾ ਹੈ ਆਰਡਰ ਵਿੱਚ ਨਾ ਹੋਵੇ, ਪ੍ਰਚਾਰ ਤੁਸੀਂ ਕੀ ਕਰਨਾ ਹੈ? ਮਹਾਰਾਜ ਕਹਿੰਦੇ ਆਪ ਜਿਹੜਾ ਹੈ ਅਵਰ ਉਪਦੇਸੇ ਆਪਣਾ ਕਮਾਵੇ, ਆਵਤ ਜਾਵਤ ਜਨਮੈ ਮਰੈ। ਇਹ ਉਹੀ ਗੱਲ ਹੋ ਗਈ ਨਾ ਵੀ ਘਰ ਵਿੱਚ ਉਹ ਸਿੱਖੀ ਨੂੰ ਕਮਾਇਆ ਕੋਈ ਨਹੀਂ ਹੈਗਾ, ਸਿਰਫ ਪ੍ਰਚਾਰ ਵਾਸਤੇ, ਖਾਣ ਦੇ ਵਸੀਲੇ ਵਾਸਤੇ ਬਾਹਰ ਜਾ ਕੇ ਲੋਕਾਂ ਵਾਸਤੇ ਸਿੱਖੀ ਰੱਖੀ ਹੈ। ਲੋਕਾਂ ਨੂੰ ਚੰਗੇ ਚੰਗੇ ਜਿਹੜੀਆਂ ਸਤਰਾਂ ਸੁਣਾਉਣ ਵਾਸਤੇ, ਪੰਕਤੀਆਂ ਸੁਣਾਉਣ ਵਾਸਤੇ ਯਾਦ ਕਰਕੇ ਉੱਥੇ ਜਾ ਕੇ ਸੁਣਾਤੀਆਂ, ਪਰ ਉਹਨੂੰ ਕਮਾਇਆ ਕੋਈ ਨਹੀਂ ਘਰ ਵਿੱਚ। ਕਿਉਂਕਿ ਘਰ ਵਿੱਚ ਜਿਹੜੇ ਰਹਿੰਦੇ ਨੇ ਉਹ ਤੁਹਾਡੇ ਵੱਲ ਦੇਖ ਰਹੇ ਨੇ। ਬੱਚਿਆਂ ਨੇ ਤੁਹਾਡੇ ਕਰਮ ਤੋਂ, ਤੁਹਾਡੇ ਕੀਰਤੀ ਤੋਂ, ਤੁਹਾਡੇ ਕਰਮਾਂ ਤੋਂ ਥੋਤੋਂ ਸਿੱਖਣਾ ਹੈ। ਜੇ ਤੁਸੀਂ ਨਾ ਉਹਨਾਂ ਨੂੰ ਦਿਖਾਇਆ ਵੀ ਸਿੱਖੀ ਜਿਹੜੀ ਹੈ ਕਿਵੇਂ ਕਮਾਈਦੀ, ਉਹ ਕਿਵੇਂ ਕਮਾਉਣਗੇ? ਸੋ ਜੇ ਕਿਤੇ ਪਖੰਡ ਕਰੀਏ ਵੀ ਬਾਹਰ ਚੋਲੇ ਪਾ ਲਏ, ਘਰ ਦੇ ਵਿੱਚ ਪੁੱਠੇ ਸਿੱਧੇ ਕੰਮ ਕੀਤੇ, ਤਾਂ ਉਹ ਤਾਂ ਬੱਚੇ ਦੇਖਦੇ ਹੀ ਆ ਨਾ।
ਸੋ ਇਸ ਕਰਕੇ ਪਖੰਡ ਵਾਲਾ ਜੀਵਨ ਨਹੀਂ ਚਾਹੀਦਾ, ਹਿਪੋਕ੍ਰੇਸੀ ਨਹੀਂ ਚਾਹੀਦੀ। ਸੋ ਬਿਲਕੁਲ ਜੈਸੇ ਹੈ ਵੈਸਾ ਹੀ ਰਹਿਣਾ ਚਾਹੀਦਾ ਹੈ। ਤੇ ਇੱਕ ਬਹੁਤ ਜ਼ਰੂਰੀ ਗੱਲ ਇਹ ਹੈ ਕਿ ਆਪਣੇ ਪਰਿਵਾਰ ਵਿੱਚ ਸਿੱਖੀ ਰੱਖਣੀ ਬਹੁਤ ਜ਼ਰੂਰੀ ਹੈ। ਇਟਸ ਨੋਟ ਐਨ ਆਪਸ਼ਨ। ਇਹ ਆਪਸ਼ਨ ਨਾ ਸਮਝੋ ਵੀ ਮੈਂ ਤਾਂ ਕਰ ਲਿਆ ਜੀ, ਬੱਚੇ ਨਹੀਂ ਕਰਦੇ, ਉਹਨਾਂ ਦੀ ਮਰਜ਼ੀ ਆ ਜੀ, ਉਹਨਾਂ ਦਾ ਇਹ ਆ ਜੀ। ਨਹੀਂ, ਜੇ ਤੁਸੀਂ ਮਾਪੇ ਹੋ ਤਾਂ ਤੁਹਾਡੀ ਡਿਊਟੀ ਬਣਦੀ ਹੈ। ਤਾਂ ਹੀ ਤਾਂ ਬੱਚੇ ਤੁਹਾਨੂੰ ਦਿੱਤੇ ਆ ਪ੍ਰਮਾਤਮਾ ਨੇ। ਸੋ ਤੁਹਾਡੀ ਡਿਊਟੀ ਬਣਦੀ ਹੈ ਉਹਨਾਂ ਨੂੰ ਸੁਧਾਰਨ ਦੀ, ਉਹਨਾਂ ਨੂੰ ਚੰਗੇ ਰਸਤੇ ਤੋਰਨ ਦੀ, ਗੁਰੂ ਦਾ ਮਾਰਗ ਦੱਸਣ ਦੀ, ਤਾਂ ਕਰਕੇ ਉਹਨਾਂ ਦਾ ਜੀਵਨ ਵੀ ਜਿਹੜਾ ਹੈ ਮੁਕਤੀ ਵਾਲਾ ਹੋਵੇ। ਤੁਸੀਂ ਜੀਵਨ ਵਿੱਚ ਆਪਣੇ ਬੱਚਿਆਂ ਨੂੰ ਸੁੱਖ ਦੇਣਾ ਚਾਹੁੰਦੇ ਹੋ, ਮਾਇਆ ਇਕੱਠੀ ਕਰਦੇ ਹੋ, ਘਰ ਸੋਹਣੇ ਬਣਾਉਂਦੇ ਹੋ, ਗੱਡੀਆਂ ਮੋਟਰਾਂ ਦਿੰਦੇ ਹੋ, ਸਭ ਕੁਝ ਤੁਸੀਂ ਆਪਣੇ ਬੱਚਿਆਂ ਨੂੰ ਸਾਰਾ ਕੰਫਰਟ ਦਿੰਦੇ ਹੋ। ਤੁਸੀਂ ਚਾਹੋਗੇ ਕਿ ਮਰ ਕੇ ਤੁਹਾਡੇ ਬੱਚੇ ਨਰਕਾਂ 'ਚ ਜਾ ਕੇ ਸੜਨ? ਉਹ ਨਹੀਂ ਤੁਸੀਂ ਸੋਚਿਆ ਵੀ ਉਹਨਾਂ ਨੇ ਮਰ ਕੇ ਕਿੱਥੇ ਜਾਣਗੇ। ਜੇ ਤੁਸੀਂ ਸਭ ਕੁਝ ਉਹਨਾਂ ਨੂੰ ਸਹੂਲਤਾਂ ਕੰਫਰਟ ਦੇ ਵੀ ਦਿੱਤਾ, ਬੱਚਾ ਵਿਗੜ ਗਿਆ, ਨਸ਼ੇ ਪੀਣ ਲੱਗ ਗਿਆ, ਡਰੱਗਸ ਖਾਣ ਲੱਗ ਗਿਆ, ਭਲਕੇ ਜਿਹੜਾ ਖੂਨ ਖਰਾਬਾ ਕਰਕੇ ਜੇਲ੍ਹ ਵਿੱਚ ਹੋ ਗਿਆ ਤੇ ਫਾਂਸੀ ਤੇ ਜਾ ਕੇ ਮਰ ਗਿਆ, ਫਿਰ ਚੰਗਾ ਲੱਗੇਗਾ? ਜਿਉਂਦਿਆਂ ਜੀਵੇ ਆਪਣੇ ਪਰਿਵਾਰ ਨੂੰ ਜਿਹੜਾ ਹੈ, ਆਪਾਂ ਨੂੰ ਕਈ ਵਾਰੀ ਕਈ ਪਰਿਵਾਰਾਂ 'ਚ ਐਸਾ ਦੇਖਣਾ ਪੈਂਦਾ ਹੈ। ਮਰ ਕੇ ਤਾਂ ਹੋਣਾ ਹੀ ਹੋਣਾ ਹੈ, ਮਰ ਕੇ ਵੀ ਤਾਂ ਉੱਥੇ ਵੀ ਚੱਕ ਕੇ ਛੱਡਣਾ ਹੀ ਆ, ਫਿਰ ਤੁਸੀਂ ਕੀ ਕਰੋਗੇ ਉੱਥੇ? ਗੁਰਸਿੱਖੀ ਜਿਹੜੀ ਹੈ ਇਹ ਪਰਿਵਾਰ ਦੀ ਗੱਲ ਹੈ, ਇੱਕ ਇਕੱਲੇ ਬੰਦੇ ਦੀ ਨਹੀਂ ਹੁੰਦੀ। ਹਾਂਜੀ, ਇਹ ਨਹੀਂ ਕੋਈ ਕਹਿ ਸਕਦਾ ਮੈਂ ਗੁਰਸਿੱਖ ਹਾਂ ਜੀ, ਮੇਰੇ ਪਰਿਵਾਰ ਦਾ ਉਹਨਾਂ ਦਾ ਪ੍ਰੋਬਲਮ ਹੈ ਜੀ, ਮੇਰਾ ਪ੍ਰੋਬਲਮ ਨਹੀਂ। ਪ੍ਰੋਬਲਮ ਆਪਣਾ ਹੀ ਹੈ ਸਾਰਾ। ਸੋ ਇਹ ਗੱਲ ਜਿਹੜੀ ਹੈ ਇਹ ਗੁਰਸਿੱਖੀ ਵਿੱਚ ਇਹ ਗੱਲ ਹੈ। ਜੋ ਜੇ ਜਿਹੜਾ ਹੈ ਆਪ ਕਰਨਾ ਤਾਂ ਦੂਸਰਿਆਂ ਨੂੰ ਵੀ ਮੋਟੀਵੇਟ ਕਰਨਾ ਆਪਣੇ ਜੀਵਨ ਨਾਲ, ਆਪਣੀਆਂ ਕੁਰਬਾਨੀਆਂ ਨਾਲ। ਆਪਣਾ ਜਿਹੜਾ ਹੈ ਹੁਣ ਜੇ ਅੰਮ੍ਰਿਤ ਵੇਲੇ ਤੁਸੀਂ ਉੱਠੋਗੇ ਤਾਂ ਬਾਕੀ ਦੇ ਵੀ ਉੱਠਣਗੇ, ਜੇ ਤੁਸੀਂ ਨਹੀਂ ਉੱਠਣਾ ਫਿਰ ਕਿਸੇ ਨੂੰ ਕੀ ਠਾਉਣਾ ਤੁਸੀਂ? ਹਾਂਜੀ, ਸੋ ਇਹ ਜਿਹੜੀ ਗੱਲ ਹੈ ਗੁਰੂ ਰਾਮਦਾਸ ਜੀ ਨੇ ਇੱਥੇ ਜਦੋਂ ਭਾਈ ਪੂਰੋ ਜੀ, ਭਾਈ ਮਾਨਕ ਚੰਦ ਤੇ ਭਾਈ ਬਿਸ਼ਨ ਦਾਸ ਨੂੰ ਇਹ ਉਪਦੇਸ਼ ਦਿੱਤਾ। ਇਸ ਤਰ੍ਹਾਂ ਜਾਣਨਾ ਕਿ ਜਿਵੇਂ ਅਸੀਂ ਵਾਹਿਗੁਰੂ ਦੇ ਟਹਿਲੀਏ ਹਾਂ। ਬਸ ਦੇਖੋ, ਸੇਵਾ ਵੀ ਇਸ ਤਰ੍ਹਾਂ ਦੇਣੀ ਕਰਦੇ ਜਿਹੜਾ ਹੈ ਸਿਖਾਉਣੀ ਆ ਬੱਚਿਆਂ ਨੂੰ ਕਿ ਉਹਦੇ ਵਿੱਚ ਹਉਮੈ ਨਾ ਕਿਤੇ ਆ ਜਾਵੇ, ਹੰਕਾਰ ਨਾ ਕਿਤੇ ਆ ਜਾਵੇ। ਉੱਥੇ ਇਹੀ ਜਿਹੜੀ ਭਾਵਨਾ ਰੱਖਣੀ ਆ ਕਿ ਮੈਂ ਪਰਮਾਤਮਾ ਦਾ ਸੇਵਕ ਹਾਂ, ਮੈਂ ਪਰਮਾਤਮਾ ਦਾ ਸਲੇਵ ਹਾਂ। ਨਿਸ਼ਕਾਮਤਾ ਰੱਖਣੀ ਹੈ, ਨਿਮਰਤਾ ਰੱਖਣੀ ਹੈ। ਦਿਖਾਉਣਾ ਨਹੀਂ ਦੁਨੀਆ ਨੂੰ ਕਿ ਮੈਂ ਆਹ ਕਰਦਾ ਜੀ, ਮੈਂ ਉਹ ਕਰਦਾ ਜੀ। ਵੀਡੀਓ ਲਾਈ ਜਾਂਦੇ ਨੇ ਅੱਜ ਕੱਲ੍ਹ, ਵੀਡੀਓ ਲਾ ਕੇ ਲੋਕਾਂ ਨੂੰ ਦਿਖਾਉਂਦੇ ਮੈਂ ਆਹ ਸੇਵਾ ਕਰਦਾ ਜੀ, ਮੈਂ ਇਹ ਕੀਤਾ ਜੀ, ਫੋਟੋ ਲਾ ਕੇ ਫੇਸਬੁੱਕ 'ਚ ਪਾਤਾ, ਟਵਿੱਟਰ 'ਚ ਪਾਤਾ, ਹਾਂਜੀ ਇੰਸਟਾਗ੍ਰਾਮ 'ਚ ਪਾਤਾ, ਮੈਂ ਜੇ ਇਹ ਕੀਤਾ, ਮੈਂ ਇੱਥੇ ਸੇਵਾ ਕੀਤੀ, ਮੈਂ ਇਹ ਪ੍ਰਚਾਰ ਕੀਤਾ ਜੀ, ਮੈਂ ਉਹ ਕੀਤਾ। ਦਿਖਾਉਣ ਦਾ ਕੀ ਮਤਲਬ ਹੈ? ਹਾਂਜੀ, ਨਿਸ਼ਕਾਮਤਾ ਹੋਣੀ ਚਾਹੀਦੀ ਹੈ। ਜੋ ਵੀ ਕੀਤਾ ਪਰਮਾਤਮਾ ਦਾ ਸਲੇਵ ਬਣ ਕੇ ਕਰੋ। ਵਡਿਆਈ ਗੁਰੂ ਮਹਾਰਾਜ ਦੀ ਹੋਵੇ, ਤੁਹਾਡੀ ਨਾ ਹੋਵੇ। ਜੇ ਤੁਸੀਂ ਆਪਣੀ ਵਡਿਆਈ ਦੇ ਪਿੱਛੇ ਪੈ ਗਏ ਤਾਂ ਫਿਰ ਪ੍ਰਾਪਤ ਕੁਝ ਨਹੀਂ ਕੀਤਾ, ਗਵਾਇਆ ਜ਼ਰੂਰ ਹੈ, ਮਿਲਿਆ ਕੁਝ ਨਹੀਂ ਹੈਗਾ। ਸੋ ਇਸ ਕਰਕੇ ਜਿਹੜਾ ਹੈ ਆਪਣੇ ਆਪ ਨੂੰ ਵਾਹਿਗੁਰੂ ਦੇ ਟਹਿਲੀਏ ਹੀ ਮੰਨਣਾ ਚਾਹੀਦਾ ਹੈ ਵੀ ਮੈਂ ਵਾਹਿਗੁਰੂ ਦਾ ਇੱਕ ਸੇਵਕ ਸਲੇਵ ਹਾਂ। ਮੇਰੀ ਵਡਿਆਈ ਨਹੀਂ ਹੋਣੀ ਚਾਹੀਦੀ, ਮੇਰੇ ਗੁਰੂ ਦੀ ਹੋਣੀ ਚਾਹੀਦੀ ਹੈ, ਪਰਮਾਤਮਾ ਦੀ ਹੋਣੀ ਚਾਹੀਦੀ ਹੈ। ਤੇ ਮੈਂ ਸਾਡੇ ਪੁੱਤਰ ਧੀਆਂ ਵੀ ਸਭ ਵਾਹਿਗੁਰੂ ਦੇ ਟਹਿਲੀਏ ਹਨ। ਹਾਂ, ਇਸੇ ਤਰ੍ਹਾਂ ਹੀ ਵੀ ਸਾਡੇ ਜਿਹੜੇ ਧੀ ਪੁੱਤਰ ਹਨ ਉਹ ਵੀ ਵਾਹਿਗੁਰੂ ਦੇ ਟਹਿਲੀਏ ਹਨ, ਉਹ ਵੀ ਵਾਹਿਗੁਰੂ ਦੇ ਹੀ ਸੇਵਕ ਹਨ। ਤੇ ਦੂਸਰਾ ਇਹ ਵੀ ਹੈ, ਪਾਲਣ ਵਿੱਚ ਕੋਈ ਕਸਰ ਵੀ ਨਹੀਂ ਛੱਡਣੀ, ਕਿਉਂਕਿ ਉਹ ਵੀ ਵਾਹਿਗੁਰੂ ਦੇ ਟਹਿਲੀਏ ਨੇ, ਉਹ ਵੀ ਵਾਹਿਗੁਰੂ ਦੇ ਹੀ ਨੇ। ਉਹਨਾਂ ਨੂੰ ਉਹਨਾਂ ਦੀਆਂ ਲੋੜਾਂ ਵੀ ਪੂਰੀਆਂ ਕਰਨੀਆਂ ਨੇ ਚੰਗੀ ਤਰ੍ਹਾਂ, ਉਹਨਾਂ ਨੂੰ ਇੱਥੇ ਸੁੱਟਣਾ ਵੀ ਨਹੀਂ ਹੈਗਾ। ਸੋ ਇਹ ਵੀ ਗੱਲ ਨਾਲ ਹੈ। ਤੇ ਜਿਸ ਤਰ੍ਹਾਂ ਘੋੜਾ ਖਸਮ ਦਾ ਖਸਮ ਦੇ ਬੂਹੇ ਤੇ ਬੰਨ ਛੱਡੀਦਾ ਹੈ। ਦੇਖੋ, ਜਿਵੇਂ ਇੱਕ ਖਸਮ ਆਪਣੇ ਮਾਲਕ ਦਾ ਘੋੜਾ, ਜਦੋਂ ਤੱਕ ਉਸ ਮਾਲਕ ਦਾ ਘੋੜਾ ਆਪਣੇ ਹੱਥ ਵਿੱਚ ਹੋਵੇ ਆਪਣੀ ਜ਼ਿੰਮੇਵਾਰੀ ਹੁੰਦੀ ਹੈ। ਪਰ ਜਿਸ ਵੇਲੇ ਇਹ ਘੋੜਾ ਲਿਆ ਕੇ ਉਹ ਖਸਮ ਉਹ ਮਾਲਕ ਦੇ ਦਰ ਤੇ ਬੰਨਿਆ ਜਾਵੇ, ਉਸ ਦੀ ਨਿਗਰਾਨੀ ਹੇਠ ਉਹ ਘੋੜਾ ਉਸ ਦੇ ਸਥਾਨ ਤੇ ਪਹੁੰਚਾਇਆ ਜਾਵੇ, ਤਾਂ ਫਿਰ ਉਹ ਜ਼ਿੰਮੇਵਾਰੀ ਉਹ ਸੇਵਕ ਦੀ ਨਹੀਂ ਰਹਿੰਦੀ, ਉਹ ਮਾਲਕ ਦੀ ਹੋ ਜਾਂਦੀ ਹੈ। ਤੇ ਅੱਜ ਦੇ ਕੰਟੈਕਸਟ ਵਿੱਚ ਜਿਵੇਂ ਕੋਈ ਡਰਾਈਵਰ ਹੋਵੇ, ਕੋਈ ਗੱਡੀ ਚਲਾਉਣ ਵਾਲਾ ਡਰਾਈਵਰ ਹੈ, ਉਹਨੇ ਡਰਾਈਵਰੀ ਕੀਤੀ, ਜਦੋਂ ਤੱਕ ਉਹ ਗੱਡੀ ਮਾਲਕ ਦੀ ਉਹਦੇ ਕੋਲ ਆ, ਉਹਦੀ ਜ਼ਿੰਮੇਵਾਰੀ ਹੈ ਵੀ ਜੇ ਕਿਤੇ ਗਵਾਚ ਗਈ, ਟੁੱਟ ਗਈ ਜਾਂ ਕੁਝ ਹੋ ਗਿਆ, ਐਕਸੀਡੈਂਟ ਹੋ ਗਈ ਤਾਂ ਉਹਦੀ ਜ਼ਿੰਮੇਵਾਰੀ ਹੈ। ਪਰ ਜਿਸ ਵੇਲੇ ਉਹਨੇ ਗੱਡੀ ਲਿਆ ਕੇ ਮਾਲਕ ਦੇ ਕਾਪਕ ਦੇ ਵਿੱਚ ਪੱਕ ਕਰਕੇ ਚਾਬੀ ਜਿਹੜੀ ਹੈ ਉਹ ਮਾਲਕ ਦੇ ਹੱਥ ਵਿੱਚ ਫੜਾਤੀ, ਫਿਰ ਉਹ ਸੇਵਕ ਦੀ ਕੋਈ ਜ਼ਿੰਮੇਵਾਰੀ ਨਹੀਂ ਰਹਿੰਦੀ ਜਦੋਂ ਤੱਕ ਗੱਡੀ ਉਹ ਮਾਲਕ ਦੇ ਘਰ ਦੇ ਵਿੱਚ ਹੈ। ਇਸੇ ਤਰ੍ਹਾਂ ਹੀ ਮਹਾਰਾਜ ਜੀ ਕਹਿੰਦੇ ਹਨ, ਜਦੋਂ ਵੀ ਕਹਿੰਦੇ ਕੁਝ ਕਰਨਾ ਹੈ ਆਪਣੇ ਜੀਵਨ ਦੇ ਵਿੱਚ, ਸਭ ਕੁਝ ਪਰਮਾਤਮਾ ਦਾ ਜਾਣੋ। ਜਿਹੜੀ ਵੀ ਤੁਸੀਂ ਸੇਵਾ ਕਰਦੇ ਹੋ ਉਹ ਮਾਲਕ ਤੇ ਹੀ ਸਮਰਪਣ ਕਰ ਦਿਓ, ਮਾਲਕ ਨੂੰ ਹੀ ਦੇ ਦਿਓ। ਉਹ ਜਿਹੜੀ ਸੇਵਾ ਹੈ ਆਪਣੀ ਨਾ ਬਣਾਓ, ਉਹਦੇ ਵਿੱਚ ਹਉਮੈ ਨਾ ਰੱਖੋ। ਜੋ ਪਦਾਰਥ ਨੇ ਉਹ ਵੀ ਪਰਮਾਤਮਾ ਦੇ ਹੀ ਸਮਝੋ। ਵੈਲਥ ਜਿਹੜੀ ਹੈ, ਮਨ ਤਨ ਧਨ ਸਭ ਪਰਮਾਤਮਾ ਦਾ ਹੀ ਹੈ, ਉਸ ਦਾ ਸਮਝ ਕੇ ਉਸ ਨੂੰ ਹੀ ਦੇ ਦਿਓ। ਜਿਸ ਤਰ੍ਹਾਂ ਘੋੜਾ ਮਾਲਕ ਦੇ ਦਰ ਤੇ ਬੰਨਿਆ ਹੋਵੇ, ਫਿਰ ਆਪਣੀ ਡਿਊਟੀ ਕੋਈ ਨਹੀਂ ਹੁੰਦੀ, ਤਾਂ ਸਭ ਚਿੰਤਾ ਖਸਮ ਨੂੰ ਹੁੰਦੀ ਹੈ। ਫਿਰ ਸਾਰੀ ਚਿੰਤਾ ਖਸਮ ਨੂੰ ਹੁੰਦੀ ਹੈ, ਮਾਲਕ ਨੂੰ ਹੁੰਦੀ ਹੈ, ਤੁਹਾਨੂੰ ਨਹੀਂ ਹੁੰਦੀ। ਆਪਾਂ ਜੇ ਉਹ ਚੀਜ਼ ਨੂੰ ਆਪਣੀ ਬਣਾ ਕੇ
ਆਪਣੀ ਹਉਮੈ ਦੇ ਕਰਕੇ ਉਹਨੂੰ ਆਪਾਂ ਆਪਣੀ ਬਣਾਉਂਦੇ ਹਾਂ, ਇਸ ਕਰਕੇ ਉਹਦਾ ਫਿਕਰ ਵੀ ਆਪਾਂ ਨੂੰ ਹੁੰਦਾ ਹੈ। ਜੇ ਉਹ ਸਾਰਾ ਮਨ ਤਨ ਧਨ ਸਭ ਸੌਂਪ ਗੁਰੂ ਕੋ ਹੁਕਮ ਮੰਨੀਏ ਪਾਈਐ, ਜੇ ਮਹਾਰਾਜ ਨੂੰ ਸੌਂਪ ਦਈਏ, ਮਹਾਰਾਜ ਦਾ ਹੁਕਮ ਮੰਨ ਲਈਏ, ਤਾਂ ਉਹ ਸਾਰੇ ਪਦਾਰਥਾਂ ਦਾ ਮਾਲਿਕ ਪਰਮਾਤਮਾ ਹੈ। ਉਹ ਪਰਮਾਤਮਾ ਆਪੇ ਚਿੰਤਾ ਕਰਦਾ ਹੈ, ਆਪੇ ਉਸ ਦੀ ਰੱਖਿਆ ਕਰਦਾ ਹੈ। ਉਹ ਫਿਰ ਤੁਹਾਡੇ ਹੱਥ ਵਿੱਚ ਨਹੀਂ ਰਹਿ ਜਾਂਦੀ, ਤੁਹਾਡੀ ਜ਼ਿੰਮੇਵਾਰੀ ਨਹੀਂ ਰਹਿ ਜਾਂਦੀ, ਉਹ ਪਰਮਾਤਮਾ ਦੀ ਹੋ ਜਾਂਦੀ ਹੈ, ਕਿਉਂਕਿ ਪਰਮਾਤਮਾ ਨੂੰ ਸੌਂਪ ਦਿੱਤਾ, ਦੇ ਦਿੱਤਾ, ਉਹਦਾ ਹੀ ਹੈ। ਮੇਰਾ ਕਬੀਰ ਮੇਰਾ ਮੁਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲੱਗਿਆ ਮੇਰਾ। ਇਹੀ ਭਾਵਨਾ ਰੱਖਣੀ ਹੈ। ਤੇ ਵੈ ਸਭ ਕਿਛ ਵਾਹਿਗੁਰੂ ਕਾ ਕਰ ਜਾਣੈ। ਇਸ ਕਰਕੇ ਸਭ ਕੁਝ ਹੀ ਪਰਮਾਤਮਾ ਦਾ ਕਰਕੇ ਜਾਣਨਾ ਚਾਹੀਦਾ ਵੀ ਇਹ ਸਭ ਕੁਝ ਪਰਮਾਤਮਾ ਵਾਹਿਗੁਰੂ ਦਾ ਹੀ ਹੈ। ਤਾਂ ਵਾਹਿਗੁਰੂ ਨੂੰ ਸਭਾ ਇਸ ਦੀ ਸ਼ਰਮ ਪਾਉਂਦੀ ਹੈ। ਇਸ ਕਰਕੇ ਕਹਿੰਦੇ ਫਿਰ ਵਾਹਿਗੁਰੂ ਨੂੰ ਜਿਹੜਾ ਹੈ ਇਹ ਸਾਰੀ ਜਿਹੜੀ ਹੈ ਇਹ ਜਿਹੜਾ ਸਿੱਖ ਦਾ ਜੀਵਨ ਹੁੰਦਾ ਹੈ, ਸਿੱਖ ਦਾ ਮਨ ਤਨ ਧਨ ਜਿਹੜਾ ਸਭ ਕੁਝ ਹੁੰਦਾ ਹੈ, ਉਹ ਸਤਿਗੁਰੂ ਨੂੰ ਫਿਰ ਆਪਣੀ ਜ਼ਿੰਮੇਵਾਰੀ ਆਪੇ ਸੰਭਾਲਣੀ ਪੈਂਦੀ ਹੈ। ਸੋ ਪਰਮਾਤਮਾ ਆਪੇ ਕਰਦਾ ਤਾਂ ਉਹੀ ਹੈ, ਪਰ ਜਦੋਂ ਸੇਵਕ ਉਸਦੇ ਹਵਾਲੇ ਕਰ ਦਿੰਦਾ ਹੈ ਨਾ, ਫਿਰ ਉਹ ਮਾਲਕ ਜਿਹੜਾ ਕਹਿੰਦਾ ਹੈ ਵੀ ਇਹਨੇ ਮੈਨੂੰ ਦੇ ਦਿੱਤਾ, ਹੁਣ ਮੇਰੀ ਜ਼ਿੰਮੇਵਾਰੀ ਹੈ। ਦੇਖੋ ਜਿਵੇਂ ਭਗਤ ਹੋਏ ਨੇ, ਕਬੀਰ ਸਾਹਿਬ ਨੂੰ ਜਿਹੜਾ ਹੈ ਗੰਗਾ ਦੀਆਂ ਲਹਿਰਾਂ ਵਿੱਚ ਜਾ ਸੱਟਿਆ ਵੀ ਇਹਨੂੰ ਡੁਬੋ ਕੇ ਮਾਰ ਦਈਏ, ਹਾਂਜੀ ਪੱਥਰ ਬੰਨ ਤੇ ਪੈਰ ਨਾਲ ਹੋਰ ਕਰਤਾ ਵੀ ਇਹ ਡੁੱਬ ਜਾਵੇ, ਡੁੱਬ ਕੇ ਮਰ ਜਾਵੇ। ਕਬੀਰ ਸਾਹਿਬ ਜੀ ਨੇ ਕਹਿ ਦਿੱਤਾ ਵੀ ਜੇ ਮੇਰਾ ਜਿਹੜਾ ਹੈ ਉਹ ਪਰਮਾਤਮਾ, ਉਹ ਮੇਰਾ ਵਾਹਿਗੁਰੂ ਜੇ ਮੈਨੂੰ ਬਚਾਉਣਾ ਚਾਹੁੰਦਾ ਤਾਂ ਬਚਾ ਲਵੇ, ਉਹਦੀ ਮਰਜ਼ੀ ਹੈ। ਫਿਰ ਦੇਖੋ ਆਪੇ ਜਿਹੜਾ ਹੈ ਗੰਗਾ ਕੀ ਲਹਿਰ ਟੁੱਟੀ ਜੰਜੀਰ, ਹਾਂਜੀ ਸੋ ਉਹ ਸ਼ਬਦ ਵੀ ਗਾਇਆ ਹੈ, ਮਿਰਗਸ਼ਾਲਾ ਪਰ ਬੈਠੇ ਕਬੀਰ। ਸੋ ਕਹਿੰਦੇ ਦੇਖੋ ਉਹ ਪਰਮਾਤਮਾ ਨੇ ਫਿਰ ਆਪੇ ਹੀ ਬਚਾਇਆ ਨਾ ਆ ਕੇ, ਕਿਉਂਕਿ ਉਹਦੇ ਹੱਥ ਛੱਡ ਦਿੱਤਾ। ਹੁਣ ਪਰਮਾਤਮਾ ਆਪੇ ਹੀ ਜਾਣਦਾ ਉਹਨੇ ਕੀ ਕਰਨਾ ਕੀ ਨਹੀਂ ਕਰਨਾ, ਪਰਮਾਤਮਾ ਆਪੇ ਹੀ ਸੰਭਾਲਦਾ ਹੈ। ਤਾਂ ਇਸ ਦਾ ਕਲਿਆਣ ਹੁੰਦਾ ਹੈ, ਤਾਂ ਜੀਵ ਦਾ ਕਲਿਆਣ ਮੁਕਤੀ ਹੁੰਦੀ ਹੈ, ਤਾਂ ਉਸ ਮੁਕਤੀ ਨੂੰ ਪ੍ਰਾਪਤ ਹੁੰਦੀ ਹੈ। ਤਾਂ ਇਸੇ ਕਰਕੇ ਭਾਈ ਪੂਰੋ ਤੇ ਮਾਨਕ ਚੰਦ ਤੇ ਬਿਸ਼ਨ ਦਾਸ ਦਾ ਇਸੇ ਕਰਕੇ ਉਹਨਾਂ ਦਾ ਕਲਿਆਣ ਹੋਆ। ਇਸੇ ਕਰਕੇ ਭਾਈ ਪੂਰੋ ਜੀ, ਭਾਈ ਮਾਨਕ ਚੰਦ ਤੇ ਭਾਈ ਬਿਸ਼ਨ ਦਾਸ ਜੀ ਦਾ ਉਦਾਰ ਹੋਇਆ। ਇਸ ਕਰਕੇ ਜਿਹੜਾ ਹੈ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਦੇਖੋ ਕਿੰਨਾ ਸਿੱਧਾ ਸਾਦਾ ਉਪਦੇਸ਼ ਹੈ, ਪਰ ਆਪਣੇ ਪੂਰੇ ਜੀਵਨ ਨੂੰ ਸੁਧਾਰਨ ਵਾਲਾ ਹੈ। ਇਸ ਕਰਕੇ ਆਪਾਂ ਵੀ ਇਹ ਜਿਹੜਾ ਹੈ ਉਪਦੇਸ਼ ਨੂੰ ਕਮਾਈਏ, ਕਿਉਂਕਿ ਡਾਇਰੈਕਟਲੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਬਖਸ਼ਿਆ ਹੋਇਆ ਹੈ। ਤੇ ਫਿਰ ਜਿਹੜਾ ਆਪਾਂ ਸਮਾਪਤੀ ਉਹੀ ਪੰਕਤੀ ਪੜ ਲਈਏ। ਪੂਰੋ ਮਾਨਕ ਚੰਦ ਹੈ ਬਿਸ਼ਨ ਦਾਸ ਪਰਵਾਰ ਸਧਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।